Morning students, today we will start a new chapter, internal control, internal check and internal audit. All these terms are similar. So firstly I will discuss with you internal control. Internal control is a broad term with a wide coverage. It covers the control of the whole management system. The control may be financial or non-financial. If we talk about internal control, then we can say that internal control involves number of checks and controls exercised in a business to ensure its efficient and economic work. Internal control ਦਾ meaning ਕੀ ਹੈ? ਆਪਾਂ ਨੇ each and every ਟ੍ਰਾਂਜੈਕਸ਼ਨ ਨੂੰ ਕੀ ਕਰਨਾ, ਰਿਕਾਰਡ ਕਰਨਾ ਅਤੇ ਕੰਟਰੋਲ ਕਰਨਾ। ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ? ਇੰਟਰਨਲ ਕੰਟਰੋਲ ਕਹਿ ਸਕਦੇ ਹਾਂ। ਹੁਣ ਆਪਾਂ ਸਿਰਫ ਕੀ ਕਰ ਰਹੇ ਹਾਂ? ਇੰਟਰਨਲ ਕੰਟਰੋਲ ਕਰ ਰਹੇ ਹਾਂ, ਕਿਸੇ ਵੀ ਤਰ੍ਹਾਂ ਦੀ ਆਡਿਟਿੰਗ ਨਹੀਂ ਕਰ ਰਹੇ। ਇੱਥੇ ਆਪਾਂ ਆਪਣੇ ਆਪ ਹੀ ਕੀ ਕਰ ਰਹੇ ਹਾਂ? ਡੇ ਟੂ ਡੇ ਰੂਟੀਨ ਦੇ ਵਿੱਚ ਇਨਵੈਸਟੀਗੇਸ਼ਨਸ ਕਰਕੇ, ਇਸ ਤੋਂ ਪਹਿਲਾਂ ਆਡੀਟਰ ਨੇ ਆ ਕੇ ਕੀ ਕਰੇ? ਇਨਵੈਸਟੀਗੇਸ਼ਨ ਕਰੇ। ਆਪਾਂ ਆਪਣੇ ਆਪ ਹੀ ਇੱਕ ਕੀ ਚੱਲ ਰਿਹਾ? ਇੱਕ ਸਿਨੈਰੀਓ ਦੇ ਵਿੱਚ ਚੱਲ ਰਹੇ ਹਾਂ, ਇੱਕ ਸੀਕੁਐਂਸ ਦੇ ਵਿੱਚ ਚੱਲ ਰਹੇ ਹਾਂ। ਤਾਂ ਆਪਾਂ ਕਹਿ ਸਕਦੇ ਹਾਂ ਵੀ ਇੰਟਰਨਲ ਕੰਟਰੋਲ ਮੀਨਸ ਟੂ ਕੰਟਰੋਲ ਹਿਮਸੈਲਫ, ਮੀਨਸ ਆਪਾਂ ਆਪਣੇ ਆਪ ਨੂੰ ਵੀ ਕੀ ਕਰ ਰਹੇ ਹਾਂ? ਇੱਕ ਪ੍ਰੋਸੈਸ ਦੇ ਥਰੂ ਕੰਟਰੋਲ ਕਰ ਰਹੇ ਹਾਂ। ਦੈਨ ਨੈਕਸਟ ਇਜ਼ ਵਾਈ ਟੂ ਹੈਵ ਇੰਟਰਨਲ ਕੰਟਰੋਲ ਔਰ ਪਰਪਜ਼ ਆਫ ਇੰਟਰਨਲ ਕੰਟਰੋਲ। ਆਪਾਂ ਇੰਟਰਨਲੀ ਦੇਖੋ ਆਪਾਂ ਗੱਲ ਕਰ ਚੁੱਕੇ ਵੀ ਆਪਾਂ ਇਸ ਤਰ੍ਹਾਂ ਅਕਾਊਂਟਸ ਮੇਨਟੇਨ ਕਰ ਰਹੇ ਹਾਂ ਕਿ ਈਚ ਐਂਡ ਐਵਰੀਥਿੰਗ ਕੀ ਹੋਵੇ? ਪ੍ਰੋਪਰ ਵੈਲ ਡਿਫਾਈਨਡ ਹੋਵੇ, ਰੂਲਸ ਐਂਡ ਰੈਗੂਲੇਸ਼ਨਸ ਨਾਲ ਹੋਵੇ, ਜਿਵੇਂ ਪੋਲਿਸੀਜ਼ ਬਣਾਏ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ। ਤਾਂ ਇੱਕ ਸੀਕੁਐਂਸ ਦੇ ਵਿੱਚ ਚੱਲ ਰਹੇ ਹਾਂ। ਬਟ ਆਪਾਂ ਇਹ ਕਰਦੇ ਕਿਉਂ ਆ? ਫਸਟ ਦੇਖੋ ਫਰੋਮ ਕਲਾਇੰਟਸ ਪੁਆਇੰਟ ਆਫ ਵਿਊ। ਕਲਾਇੰਟਸ ਦੇ ਪੁਆਇੰਟ ਆਫ ਵਿਊ ਕੀ ਹੈ? ਕਲਾਇੰਟਸ ਕੌਣ ਨੇ? ਜਿਨ੍ਹਾਂ ਨੂੰ ਆਪਣੇ ਔਰਗਨਾਈਜੇਸ਼ਨ ਦੇ ਵਿੱਚ ਕੀ ਹੈ? ਇੰਟਰਸਟ ਹੈ, ਇੰਟਰਸਟਡ ਪਾਰਟੀਜ਼ ਨੇ। ਤਾਂ ਉਹਨਾਂ ਨੂੰ ਕੀ ਹੋਏਗਾ? ਰਿਲਾਇਬਲ ਡਾਟਾ ਮਿਲ ਜਾਏਗਾ। ਜਦੋਂ ਆਪਾਂ ਨੇ ਕੀ ਹੈ? ਇੰਟਰਨਲ ਕੰਟਰੋਲ ਪ੍ਰੋਪਰ ਹੈ, ਫਰੋਡਸ ਵਗੈਰਾ ਤਾਂ ਚਾਂਸਿਸ ਤਾਂ ਹੈ ਨਹੀਂ, ਤਾਂ ਡਾਟਾ ਕੀ ਹੈ? ਰਿਲਾਇਬਲ ਹੈ। ਦੈਨ ਕੀ ਹੈ? ਸੇਫ ਗਾਰਡਿੰਗ ਐਸੈਟਸ ਐਂਡ ਰਿਕਾਰਡਸ। ਆਪਾਂ ਨੇ ਕੀ ਕੀਤਾ ਹੈ ਵੀ ਐਸੈਟਸ ਦੀ ਜੋ ਵੈਲਿਊ ਹੈ ਉਸੇ ਵੈਲਿਊ ਤੋਂ ਆਪਾਂ ਨੂੰ ਕੀ ਕੀਤਾ? ਰਿਕਾਰਡ ਕੀਤਾ। ਨਾ ਹੀ ਐਸੈਟਸ ਨੂੰ ਓਵਰ ਵੈਲਿਊਡ ਕੀਤਾ ਹੈ, ਨਾ ਹੀ ਅੰਡਰ ਵੈਲਿਊਡ ਕੀਤਾ ਗਿਆ। ਟੂ ਪ੍ਰਮੋਟ ਆਪਰੇਸ਼ਨਲ ਐਫੀਸ਼ੀਐਂਸੀ ਐਂਡ ਅਡਹੈਰੈਂਸ ਟੂ ਪ੍ਰਿਸਕ੍ਰਾਈਬਡ ਪੋਲਿਸੀਜ਼। ਉਹੀ ਗੱਲ ਆ ਗਈ ਕਿ ਜਿਸ ਤਰ੍ਹਾਂ ਪੋਲਿਸੀਜ਼ ਬਣਾਈਆਂ ਨੇ ਉਸੇ ਤਰ੍ਹਾਂ ਆਪਾਂ ਵਰਕ ਕਰ ਰਹੇ ਹਾਂ। ਦੈਨ ਆਡੀਟਰਸ ਪੁਆਇੰਟ ਆਫ ਵਿਊ। ਹੁਣ ਦੇਖੋ ਆਡੀਟਰ ਨੇ ਤਾਂ ਕੀ ਕਰਨੀ ਹੈ? ਆਡੀਟਿੰਗ ਕਰਨੀ ਹੈ। ਤਾਂ ਆਡੀਟਰ ਦੇ ਪੁਆਇੰਟ ਆਫ ਵਿਊ ਆਪੇ ਬੈਨੀਫੀਸ਼ੀਅਲ ਹੈ, ਕਿਉਂਕਿ ਉਸਦਾ ਕੀ ਕੀਤਾ ਗਿਆ? ਇੱਥੇ ਕੰਮ ਘੱਟ ਗਿਆ, ਕਿਉਂਕਿ ਉਹਨੂੰ ਹਰ ਇੱਕ ਇਨਵੈਸਟੀਗੇਸ਼ਨ ਕੀ ਕੀਤੀ? ਕਰਾਈ ਮਿਲ ਗਈ। ਅਤੇ ਫਰੋਡਸ ਵਗੈਰਾ ਦੇ ਚਾਂਸਿਸ ਤਾਂ ਹੈ ਨਹੀਂ, ਕਿਉਂਕਿ ਉਹਨਾਂ ਨੇ ਕੀ ਕੀਤੇ ਨੇ? ਵੈਲ ਡਿਫਾਈਨਡ ਅਤੇ ਐਕੂਰੇਟ ਅਕਾਊਂਟਸ ਪ੍ਰੀਪੇਅਰ ਕੀਤੇ ਨੇ। The study and evaluation of client system of internal control, it is important to auditors. The auditor must have a thorough understanding of the system. A bird's eye view of the control fails to meet the standard of due care. There is difference between the system that is supposed to be in the operation and the one actually being used. ਆਪਾਂ ਨੂੰ ਪਤਾ ਹੀ ਹੈ ਵੀ ਦੇਖੋ ਜੋ ਕਿਹਾ ਜਾਂਦਾ ਉਹ ਰਿਐਲਿਟੀ ਦੇ ਵਿੱਚ ਨਹੀਂ ਹੁੰਦਾ। ਤਾਂ ਜਦੋਂ ਪ੍ਰੋਪਰ ਇੰਟਰਨਲ ਕੰਟਰੋਲ ਹੈ, ਆਪਾਂ ਨੂੰ ਪਤਾ ਹੈ ਸਾਰਾ ਕੁਛ ਆਪਣੇ ਸਾਹਮਣੇ, ਤਾਂ ਇਹ ਸਾਰੇ ਚਾਂਸਿਸ ਵੀ ਕੀ ਹੋ ਗਏ? ਆਪਣੇ ਆਪ ਓਵਰਕਮ ਹੋ ਗਏ। ਦੈਨ ਫੀਚਰਸ ਆਫ ਇੰਟਰਨਲ ਕੰਟਰੋਲ। ਫਸਟ ਕੀ ਹੈ? ਕੰਪੀਟੈਂਟ ਐਂਡ ਟਰਸਟਵਰਥੀ ਪਰਸੋਨਲ। ਪਰਸੋਨਲ ਕੌਣ ਹੁੰਦੀ ਹੈ? ਵਰਕਰਸ ਹੁੰਦੇ ਨੇ। ਜਦੋਂ ਆਪਾਂ ਨੂੰ ਪਤਾ ਹੈ ਵੀ ਕੰਟਰੋਲ ਹੋਣਾ ਹਰ ਇੱਕ ਪ੍ਰੋਸੈਸ ਤੋਂ ਆਪਣੇ ਆਪ ਕੀ ਕਰਨਗੇ? ਟਰਸਟਵਰਥੀ ਕੰਮ ਕਰਨਗੇ, ਵਿਦ ਓਨੈਸਟੀ ਵਰਕ ਕਰਨਗੇ। ਦੈਨ ਰਿਕਾਰਡ ਫਾਈਨੈਂਸ਼ੀਅਲ ਐਂਡ ਅਦਰ ਆਰਗੇਨਾਈਜੇਸ਼ਨਲ ਪਲੈਨਸ। ਆਪਾਂ ਨੇ ਕੀ ਕਰਨਾ? ਹਰ ਇੱਕ ਨੂੰ ਕੀ ਕਰਨਾ? ਪਲਾਨ ਨੂੰ ਰਿਕਾਰਡ ਕਰਨਾ ਹੈ ਪ੍ਰੋਪਰਲੀ। ਦੈਨ ਸੈਗਰੀਗੇਸ਼ਨ ਆਫ ਡਿਊਟੀਜ਼। ਹਰ ਇੱਕ ਡਿਪਾਰਟਮੈਂਟ ਦੇ ਟੋਪ ਟੂ ਲੋਅਰ ਲੈਵਲ ਕਿਉਂ ਗਿਆ? ਡਿਊਟੀਜ਼ ਨੂੰ ਸੈਗਰੀਗੇਟ ਕਰ ਦਿੱਤਾ, ਕਿਉਂਕਿ ਕੀ ਕਰਨਾ? ਆਪਣੇ ਐਟ ਦੀ ਐਂਡ ਰਿਜ਼ਲਟ ਚੈੱਕ ਕਰਨਾ। ਦੈਨ ਸੈਪਰੇਸ਼ਨ ਆਫ ਆਪਰੇਸ਼ਨਲ ਰਿਸਪੋਂਸਿਬਿਲਿਟੀ ਫਰੋਮ ਰਿਕਾਰਡ ਕੀਪਿੰਗ ਰਿਸਪੋਂਸਿਬਿਲਿਟੀ ਐਂਡ ਸੈਪਰੇਸ਼ਨ ਆਫ ਕਸਟਡੀ ਆਫ ਐਸਟਸ ਫਰੋਮ ਅਕਾਊਂਟਿੰਗ। ਮੀਨਸ to protect the firm against fraud, it is required that the custody of assets and their accounting should be done by different persons. different persons ਵਾਲਾ ਕੀ ਰਿਕਾਰਡ ਕੀਤੀ ਜਾਏਗੀ? ਕਸਟਡੀ ਆਫ ਐਸਟਸ ਨੂੰ ਰਿਕਾਰਡ ਕੀਤਾ ਜਾਏਗਾ। Then next is supervision. Director should review the company's financial operations and position in regular and frequent intervals. ਆਪਾਂ ਨੂੰ ਪਤਾ ਵੀ ਡਾਇਰੈਕਟਰਸ ਕੀ ਕਰੇਗੀ? ਮੀਟਿੰਗਸ ਦੇ ਥਰੂ ਰੈਗੂਲਰਲੀ ਇਸ ਨੂੰ ਕੀ ਕਰਦੀ ਰਹੇਗੀ? ਸੁਪਰਵਾਈਜ਼ ਕਰਦੀ ਰਹੇਗੀ। ਦੈਨ ਅਥੋਰਾਈਜ਼ੇਸ਼ਨ ਰਿਟਨ। ਇਫ ਕੰਟਰੋਲ ਇਜ਼ ਸੈਟਿਸਫੈਕਟਰੀ ਐਵਰੀ ਟ੍ਰਾਂਜੈਕਸ਼ਨ ਮਸਟ ਬੀ ਪ੍ਰੋਪਰਲੀ ਅਥੋਰਾਈਜ਼ਡ। ਅਥੋਰਾਈਜ਼ਡ ਕੀ ਹੁੰਦਾ? ਹਰ ਇੱਕ ਪਰਸਨ ਨੂੰ ਕੀ, ਜਦੋਂ ਡਿਊਟੀ ਆਪਾਂ ਨੇ ਕੀ ਕਰਦੇ ਹਾਂ? ਸੈਗਰੀਗੇਟ ਕਰ ਦਿੱਤੇ, ਤਾਂ ਹਰ ਇੱਕ ਪਰਸਨ ਆਪਣੇ ਵਰਕ ਦੇ ਲਈ ਕੀ ਹੋਏਗਾ? ਅਥੋਰਾਈਜ਼ਡ ਹੋਏਗਾ। Then next point is sound practices. Sound practices of administration require that established procedure, policies and delegation of responsibility should all be in black and white. ਹਰ ਇੱਕ ਨੂੰ ਆਪਣੀ ਰਿਸਪੋਂਸਿਬਿਲਿਟੀ ਵੀ ਦਿਖ ਰਹੀ ਹੈ ਅਤੇ ਹਰ ਇੱਕ ਨੂੰ ਆਪਣੀ ਅਥੋਰਿਟੀ ਵੀ ਦਿਖ ਰਹੀ ਹੈ। ਦੈਨ ਇੰਟਰਨਲ ਆਡਿਟ। ਆਪਾਂ ਗੱਲ ਕਰ ਚੁੱਕੇ ਹਾਂ ਵੀ ਇਸ ਤੋਂ ਪਹਿਲਾਂ ਕਿ ਆਡੀਟਰ ਆ ਕੇ ਚੈੱਕ ਕਰੇ, ਆਪਾਂ ਇੰਟਰਨਲ ਕੰਟਰੋਲ ਕਰ ਹੀ ਤਾਂ ਰਹੇ ਹਾਂ ਕਿ ਆਪਾਂ ਡੇ ਟੂ ਡੇ ਇਨਵੈਸਟੀਗੇਸ਼ਨ ਪ੍ਰੋਪਰ ਕਰ ਸਕੀਏ। ਉਹ ਇਨਵੈਸਟੀਗੇਸ਼ਨ ਤਾਂ ਹੀ ਕਰ ਪਾਵਾਂਗੇ ਜੇ ਆਪਣਾ ਇੰਟਰਨਲੀ ਕੀ ਹੈ? ਕੰਟਰੋਲ ਕੀਤਾ ਹੋਗਾ ਬੁੱਕਸ ਆਫ ਅਕਾਊਂਟਸ ਦੇ ਉੱਪਰ।
Then arithmetic and accounting controls, charts of accounts like balance sheet, income statement. It is an important control because it provides the framework for determining the information presented to management, क्योंकि जे अपने कोले बैलेंस शीट ते फाइनैंशियल स्टेटमेंट्स प्रॉपर प्रीपेयर ने तां ही ਆਪਾਂ मैनेजमेंट ते उन्होंने की कर सकते हैं सामने जाके रख सकते हैं। दैन कुछ लिमिटेशनस इंटरनल कंट्रोल दियाँ। ऑपरेशन ऑफ इंटरनल कंट्रोल सिस्टम इनवॉल्व्स एक्सपेंडिचर ऑफ टाइम एंड मनी। अपन पता भी हम बिजनेस कंसर की करेगी कंट्रोल करने ते ही लगी रहेगी, क्योंकि होगा टाइम भी वेस्ट हो रहा है। तो सैकेंड पॉइंट की है कॉस्ट भी तो उन्नी ही अराइज होएगी। सो इंटरनल कंट्रोल आर कंसर्नड मोर विद द ट्रांजैक्शंस ऑफ अ रूटीन नेचर, सो अनयूजुअल एंड इरेगुलर ट्रांजैक्शंस मे बी ओवरलुकड बाय द इंटरनल कंट्रोल सिस्टम। हो सकता है कि हुण इरेगुलर ट्रांजैक्शंस नूं ज़्यादा की करे ओवरलुक करे, मीनस उन्हां ते ही कॉन्सनट्रेशन अपनी बनाई रखे। दैन पॉसिबिलिटी फॉर ह्यूमन एरर, अपन पता है भी ह्यूमन एरर है क्योंकि अकाउंट्स किने बनाने ने, ह्यूमन नहीं बनाने, तो हो सकता भी प्रॉपर ना भी कर पाए चैक, तो ह्यूमन एरर्स की पॉसिबिलिटी भी उत्थे अराइज हो जाती है। दैन पॉसिबल कलक्यूजन बिटवीन परसनस ऑपरेटिंग द इंटरनल कंट्रोल। कलयूजन की होंगे जो दो पार्टीज की हो जाती है, आपस के कन्फ्लिक्ट अराइज हो जाती है, किसी चीज़ को लैके नैगोशिएटेड नहीं होंगे। नैगोशिएटेड मीनस एकजुट नहीं होंगे, आपस की हो जाती है कन्फ्लिक्ट अराइज हो जाते हैं। कन्फ्लिक्ट मीनस की होंगे लड़ाई झगड़ा। दैन पॉसिबिलिटी दैट चेंजेस इन कंडीशंस मे रेंडर द प्रोसीजर्स इन इफेक्टिव एंड एडिकुएट कंप्लाइंस विद द प्रोसीजर मे डेट्रीवेट द सिस्टम। हो सकता है इन कंप्लाइंस की है भी वो अपने सुटेबल ही नहीं, जो आप की कर रहे हैं स्टैंडर्ड सैट करके कंट्रोल कर रहे हैं, तो वो इनइफेक्टिव परफॉर्मेंस क्रिएट कर देगा। दैन मैनीपुलेशन बाय द मैनेजमेंट मे डिफीट द ऑब्जेक्टिव्स ऑफ इंटरनल कंट्रोल। हो सकता वो ऑडिटर तो छुपाने के लिए कुछ मैनीपुलेट कर रही है मैनेजमेंट, बट वो की है उन्होंने मैनीपुलेशन उन्होंने उपर ही की कर रही है, वो गलत इफैक्ट कर रही है। दैन नैक्सट टॉपिक इज स्कोप ऑफ इंटरनल कंट्रोल। स्कोप मीनस कि आप इंटरनल कंट्रोल किस किस लैवल पर कर सकते हैं। जनरल फाइनैंशियल कंट्रोल आप फाइनैंशियल स्टेटमेंट्स करते टाइम इंटरनल कंट्रोल कर सकते हैं। कैश रिसिट्स पेमेंट्स से कर सकते हैं। ट्रेडिंग ट्रांजैक्शनस के ट्रेडिंग कि होंगे ने अपन परचेज रिटर्न सेल रिटर्न ये सारिया। दैन इंपलॉय रेमूनरेशन। इंपलॉयज़ रेमूनरेशन की होंगे भी जो अपने एट द एंड उन्होंने कुछ रेमूनरेट करते हैं बिकॉज उन्होंने की परफॉर्मेंस इफेक्टिव सी बहुत ज़्यादा, तो उससे आप की कर सकते हैं कंट्रोल कर सकते हैं। दैन कैपिटल एक्सपेंडिचर। कैपिटल एक्सपेंडिचर की होंगे लॉन्ग टर्म एक्सपेंसिस अपने जो आप एसेट्स के उपर अराइज करते हैं। दैन अदर्स स्टॉक मेनटेनेंस कंट्रोल ओवर इन्वेस्टमेंट। तो ये सारा अपना की सी इंटरनल कंट्रोल सी। नैक्सट क्लास आप करांगे इंटरनल कंट्रोल एंड ऑडिटर। थैंक्स।